हाँ जी स्टूडेंट्स, अज असी नंबर थ्योरी का लैक्चर नंबर 10 करांगे। चैप्टर नंबर 5 एक्सरसाइज ए पार्ट 3। कुछ क्वेश्चन मैं करवा चुकिया, कुछ क्वेश्चन जोड़े पेंडिंग आ हुण मैं अज करवाउण जा रहा। क्वेश्चन नंबर 26 करांगा। सब तो पहला 26 क्वेश्चन की स्टेटमेंट आ, फॉर एनी इंटीजर ए prove that a cube congruent to 0 or 1 or 6 modulo 7 ये असी शो करना। कहता मीनिंग ये आ, ए कोई एनी इंटीजर आ, ਉਹਦਾ क्यूब करो, ਜਾਂਦਾ रिमाइंडर 0 आना ਜਾਂ 1 ਜਾਂ 6 ਵੈਨ ਡਿਵਾਈਡਡ ਬਾਈ 7, ਇਹ ਅਸੀਂ ਸ਼ੋ ਕਰਨਾ। ਸੋਲੂਸ਼ਨ ਵੀ ਨੋ ਐਨੀ ਇੰਟੀਜ਼ਰ ਫॉर ਐਨੀ ਇੰਟੀਜ਼ਰ A is always congruent to either 0 or 1 or 2 or 3 or 4 or 5 or 6 when divided by 7। ਜਦੋਂ ਅਸੀਂ A ਨੂੰ 7 ਨਾਲ ਡਿਵਾਈਡ ਕਰਾਂਗੇ, ਰਿਮਾਈਂਡਰ 0 1 2 3 4 5 6 ਕੁਛ ਵੀ ਆ ਸਕਦਾ। सब तो पहला मैं फस्ट केस लैके करूँगा, इफ़ ए कॉन्गूरेंट टू 0 मोडलो 7। जे 7 लैने फिर की होंदा, फिर की होना, क्यूबिंग क्यूबिंग करोगे ए क्यूब कॉन्गूरेंट टू 0 मोडलो 7, 0 आ गया, दैन आ गया ए क्यूब 0। इफ़ जे मैं लैना ए कॉन्गूरेंट 1 मोडलो 7 लैना, इस विच भी क्यूब करो, ए क्यूब कॉन्गूरेंट टू 1 क्यूब मीनस 1 मोडलो 7, 1 क्यूब मीनस 1, तो रिमाइंडर आ गया 1। इफ़ ए कॉन्गूरेंट टू 2 मोडलो 7, जे 2 लैने फिर की आंदा, ए क्यूब कॉन्गूरेंट टू 2 क्यूब करोगे 8, 2 क्यूब करोगे 8 मोडलो 7। फरदर 8 ਨੂੰ 7 ਨਾਲ डिवाइड करो, 1 रिमाइंडर। मैं रिपीट करदा, 8 ਨੂੰ 7 ਦੇ ਨਾਲ डिवाइड करोगे तो रिमाइंडर आना 1, तो इत्थे असीं की लिखते हैं, रिमाइंडर। जां ये कह लो 8 इज़ कॉन्गूरेंट टू 1 वैन डिवाइडड बाय 7, वैन डिवाइडड बाय 7। इफ़ ए कॉन्गूरेंट टू 3 मोडलो 7 implies ए क्यूब कॉन्गूरेंट टू 27, 3 क्यूब मीन्स 27 मोडलो 7। 27 ਨੂੰ डिवाइड करो 7 ਦੇ ਨਾਲ एंड यू लैफ्ट विद 3, रिमाइंडर आ गया 3। सो ए क्यूब कॉन्गूरेंट टू 3 मोडलो 7। नेक्स्ट केस वैन ए कॉन्गूरेंट टू 4, इफ़ ए कॉन्गूरेंट टू 4 मोडलो 7, क्यूबिंग करो, ए क्यूब 4 क्यूब कितना होंदा, 4 क्यूब देखो, 4 क्यूब 64 मोडलो 7 हुण 64 ਨੂੰ डिवाइड करो 7 ਦੇ ਨਾਲ, 64 ਨੂੰ 7 ਦੇ ਨਾਲ डिवाइड करो
remainder is 1. So 64 congruent to 1 modulo 7. ਇੱਦਾਂ ਹੀ ਅਸੀਂ 4 ਤੱਕ ਕਰ ਚੁੱਕੇ ਹਾਂ, 5 ਅਤੇ 6 ਰਹਿ ਗਿਆ, ਇਹ ਵੀ ਕਰਾਂਗੇ। ਇਫ a congruent to 5 modulo 7, if a congruent to 5 modulo 7 implies a cube congruent to 125 modulo 7। ਇੱਕ ਤਰੀਕਾ ਹੋ ਰਿਹਾ, ਜੇ ਤੁਸੀਂ ਇੰਨੀ ਮਲਟੀਪਲਾਈ ਨਹੀਂ ਕਰਨੀ ਚਾਹੁੰਦੇ ਤਾਂ ਇੱਕ ਤਰੀਕੇ ਦੇ ਨਾਲ ਹੋਰ ਵੀ ਕਰ ਸਕਦੇ ਹਾਂ। ਚਲੋ ਹਜੇ ਆਪਾਂ ਇੱਦਾਂ ਹੀ ਕਰਦੇ ਹਾਂ। 125 ਨੂੰ 7 ਦੇ ਨਾਲ ਡਿਵਾਈਡ ਕਰੋ, ਜਾਂ ਤੁਸੀਂ ਕੀ ਕਰੋ, ਥੋੜ੍ਹਾ ਸਿੰਪਲ ਕਰ ਲਓ। ਕੈਲਕੂਲੇਸ਼ਨ ਜੇ ਘੱਟ ਕਰਨੀ ਆ, 7 ਇੱਥੇ ਐਡ ਵੀ ਕੀਤੇ ਜਾ ਸਕਦੇ ਆ, ਮਾਈਨਸ ਵੀ ਕੀਤੇ ਜਾ ਸਕਦੇ ਆ। a congruent to 7 ਮਾਈਨਸ ਕਰ ਦਿਓ, -2 ਮੋਡੂਲੋ 7 ਮਾਈਨਸ ਕਰ ਦਿਓ, -2 ਆ ਗਿਆ। ਹੁਣ ਇਹਦਾ ਕਿਊਬ ਕਰਨਾ ਜ਼ਿਆਦਾ ਈਜ਼ੀ ਆ। a ਕਿਊਬ ਕਰੋ, a ਕਿਊਬ ਕਰੋਗੇ -8 ਮੋਡੂਲੋ 7। ਹੁਣ -8 ਨੂੰ ਤੁਸੀਂ 7 ਦੇ ਨਾਲ ਡਿਵਾਈਡ ਕਰੋ, ਰਿਮਾਈਂਡਰ ਲਿਆਉਣਾ ਅਸੀਂ ਪੋਜ਼ੀਟਿਵ, ਕਿਉਂਕਿ ਸਾਡੇ ਰਿਮਾਈਂਡਰ ਆਉਣੇ ਚਾਹੀਦੇ 0, 1 ਔਰ 6। 14 -2 ਤੇ ਗਿਆ, ਸਾਈਨ ਚੇਂਜ ਕੀਤੇ ਪਲੱਸ, ਇਹ ਆ ਗਿਆ 6। ਸੋ ਰਿਮਾਈਂਡਰ ਆ ਗਿਆ 6। ਜੇ ਇੱਦਾਂ ਸਮਝ ਨਾ ਆਈ ਹੋਵੇ ਡਿਵਾਈਡ ਕਰਨ ਦਾ, ਕੀ ਕਰੋ, 7 ਐਡ ਕਰ ਦਿਓ, ਫਿਰ ਵੀ ਆਨਸਰ ਨੈਗੇਟਿਵ ਆਇਆ, ਡਬਲ 7 ਐਡ ਕਰੋ। ਕਹਿਣ ਦਾ ਮੀਨਿੰਗ ਆ +7 2 ਟਾਈਮਸ ਐਡ ਕਰੋ ਤਾਂ ਕੀ ਆਣਾ, 6 ਮੋਡੂਲੋ 7। ਕੀ ਆਣਾ, 6 ਮੋਡੂਲੋ 7। ਇਸ ਤਰੀਕੇ ਵੀ ਕੀਤਾ ਜਾ ਸਕਦਾ, ਜਾਂ 125 ਨੂੰ 7 ਦੇ ਨਾਲ ਡਿਵਾਈਡ ਕਰੋ, ਉਸ ਕੇਸ ਵਿੱਚ ਵੀ ਤੁਸੀਂ 6 ਤੁਹਾਡੇ ਕੋਲ ਰਿਮਾਈਂਡਰ ਆਏਗਾ। ਨੈਕਸਟ ਕੇਸ, ਇਫ ਸੈਕਿੰਡ ਲਾਸਟ ਵਾਲਾ ਕੇਸ, ਇਫ a congruent to 6 ਮੋਡੂਲੋ 7। ਇੱਥੇ ਵੀ ਤੁਸੀਂ 1 ਮਾਈਨਸ ਕਰ ਸਕਦੇ ਆ। 6 ਕਿਊਬ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਆ, ਤਾਂ ਕੀ ਕਰੋ, ਤੁਸੀਂ ਮਾਈਨਸ ਕਰ ਸਕਦੇ ਆ। 7 ਮਾਈਨਸ ਕਰੋ ਐਂਡ ਯੂ ਗੋਟ -1 ਮੋਡੂਲੋ 7। ਇਹ ਮਿਲ ਗਿਆ। ਹੁਣ ਇੱਥੇ ਵੀ 7 ਐਡ ਕਰੋ। ਜੇ 7 ਐਡ ਕਰਦੇ ਆ ਤਾਂ ਕੀ ਆਣਾ, a congruent 7 ਐਡ ਕੀਤਾ +6 ਮੋਡੂਲੋ 7। ਇੱਥੇ ਐਡ ਕਰਨ ਦੀ ਇੰਨੀ ਜ਼ਰੂਰਤ, ਪਹਿਲੇ ਅਸੀਂ ਕੀ ਕਰਾਂਗੇ, ਕਿਊਬਿੰਗ। ਪਹਿਲੇ ਕਰੋ ਕਿਊਬ ਕਰੋਗੇ -1 ਮੋਡੂਲੋ 7, -1 ਦਾ ਕਿਊਬ -1। ਹੁਣ ਅਸੀਂ ਇੱਥੇ ਐਡ ਕਰਨਾ, 7 ਐਡ ਕਰੋਗੇ 6 ਆ ਗਿਆ। ਜਿਹਦੇ ਨਾਲ ਅਸੀਂ ਮੋਡੂਲੋ ਲੈਣਾ, ਉਹਨੂੰ ਅਸੀਂ ਜਦੋਂ ਮਰਜ਼ੀ ਪੋਜ਼ੀਟਿਵ ਕਰਨ ਦੇ ਲਈ ਐਡ ਕਰ ਸਕਦੇ ਹਾਂ। 7 ਇੱਕ ਵਾਰੀ ਐਡ ਕੀਤਿਆਂ ਨੈਗੇਟਿਵ ਆਇਆ, 2 ਟਾਈਮਸ ਐਡ ਕਰ ਲਓ। ਠੀਕ ਹੈ ਜੀ, ਇਹ ਆ ਗਿਆ 6। ਅਸੀਂ ਸਾਰੇ ਕੇਸ ਕਰ ਲਏ। ਅਸੀਂ a ਨੂੰ 0 ਦੇ ਕੋਂਗਰੂਐਂਟ ਲਿਆ ਤਾਂ ਰਿਮਾਈਂਡਰ ਆਇਆ a ਕਿਊਬ ਦਾ 0। ਇਹ ਜਦੋਂ ਅਸੀਂ a ਨੂੰ 1 ਦੇ ਕੋਂਗਰੂਐਂਟ ਲਿਆ, a ਕਿਊਬ ਆਇਆ 1। ਜਦੋਂ ਅਸੀਂ a ਨੂੰ 2 ਕੋਂਗਰੂਐਂਟ ਲਿਆ, a ਕਿਊਬ ਆਇਆ 1। ਜਦੋਂ 3 ਲਿਆ, ਉਦੋਂ a ਕਿਊਬ ਆਇਆ 3। ਜਦੋਂ ਅਸੀਂ 3 ਲਿਆ, ਥੋੜ੍ਹਾ ਗਲਤ ਹੋ ਗਿਆ। ਜਦੋਂ ਅਸੀਂ 27 ਨੂੰ 7 ਦੇ ਨਾਲ ਡਿਵਾਈਡ ਕੀਤਾ, ਜਦੋਂ ਅਸੀਂ 7 ਦੇ ਨਾਲ ਡਿਵਾਈਡ ਕੀਤਾ ਤਾਂ 6 ਰਿਮਾਈਂਡਰ ਆਉਣਾ ਸੀ। ਇੱਥੇ ਆਉਣਾ ਸੀ 6, ਇੱਥੇ ਆਉਣਾ ਸੀ 7 ਦੇ ਨਾਲ ਡਿਵਾਈਡ ਕਰਨਾ ਸੀ। ਸ਼ਾਇਦ ਮੈਂ ਥੋੜ੍ਹਾ ਗਲਤ ਕਰ ਗਿਆ ਸੀ, 7 ਦੇ ਨਾਲ ਡਿਵਾਈਡ ਕਰਨਾ। ਇੱਦਾਂ ਜਦੋਂ A4 ਲਿਆ, ਉਹਦਾ ਕਿਊਬ ਕੀਤਾ, ਉਹਨੂੰ ਉੱਥੇ ਵੀ ਰਿਮਾਈਂਡਰ 1 ਆਇਆ। A5 ਲਿਆ, ਉਦੋਂ ਵੀ ਰਿਮਾਈਂਡਰ 6 ਆਇਆ। ਜਦੋਂ A ਨੂੰ ਅਸੀਂ 6 ਲਿਆ, ਉਸ ਕੇਸ ਵਿੱਚ ਵੀ A ਕਿਊਬ ਦਾ ਰਿਮਾਈਂਡਰ 6 ਆਇਆ। ਸੋ ਇਨ ਈਚ ਕੇਸ in each case a cube congruent to either 0 or 1 or 6 when divided by 7। ਇਹੀ ਮੈਂ ਸ਼ੋ ਕਰਨਾ ਸੀ। ਇਹ ਸ਼ੋ ਹੋ ਚੁੱਕਿਆ, ਇਹਦਾ ਆਨਸਰ ਆ ਚੁੱਕਿਆ। ਇੱਕ ਕੁਐਸਚਨ ਮੈਂ ਇਹਦੇ ਨਾਲ ਦਾ ਇੱਕ ਹੋਰ ਕਰਵਾਉਣ ਜਾ ਰਿਹਾ, ਉਹ ਵੀ ਆਪਾਂ ਦੇਖੀਏ। ਨੈਕਸਟ ਕੁਐਸਚਨ ਤੁਸੀਂ ਆਪ ਟਰਾਈ ਕਰੋਗੇ।
वो की आ A4 congruent to 0 और 1 ਮੋਡੂਲੋ 5 5 ਦੇ ਨਾਲ ਡਿਵਾਈਡ ਕਰਨਾ 5 ਦੇ ਨਾਲ ਡਿਵਾਈਡ ਕਰਨਾ ਤੇ ਪਾਵਰ 4 ਕਰਨੀ ਜਿੱਦਾਂ ਅਸੀਂ ਇੱਥੇ ਕਿਊਬ ਕੀਤਾ। ਇਹ ਤੁਸੀਂ ਆਪਣੇ ਆਪ ਇਹ ਕੁਐਸਚਨ ਕਰਨ ਦੀ ਕੋਸ਼ਿਸ਼ ਕਰਿਓ। ਮੈਂ ਇੱਕ ਕੁਐਸਚਨ ਅੱਗੇ ਕਰਾਉਣ ਜਾ ਰਿਹਾ, ਉਹ ਦੇਖੋ ਇਹ ਐਕਸਰਸਾਈਜ਼ ਹੈ ਜੀ ਚੈਪਟਰ 5th ਹੈ, ਐਕਸਰਸਾਈਜ਼ 5A ਲੈਕਚਰ ਨੰਬਰ 10 ਪਾਰਟ 3rd ਕੁਐਸਚਨ ਨੰਬਰ 30th। show that 1 raised to power 5, 2 raised to power 5, 3 raised to power 5, 4 raised to power 5 and so on 100 raised to power 5 is divisible by 4। ये मैं शो करना कि ਇਹ ਡਿਵੀਜ਼ੀਬਲ ਬਾਏ 4 ਦੇ ਨਾਲ ਡਿਵਾਈਡ ਹੋ ਜਾਂਦਾ। ਇਹਦੀ ਪਾਵਰ 5 ਸਾਰਿਆਂ ਦੀ ਪਾਵਰ 5 ਕਰਨੀ ਆ ਤੇ ਐਡ ਕਰਨਾ, ਉਹ ਜੋ ਵੀ ਆਨਸਰ ਆਏਗਾ 4 ਦੇ ਨਾਲ ਪੂਰਾ ਡਿਵਾਈਡ ਹੋ ਜਾਏਗਾ। ਇਹ ਅਸੀਂ ਸ਼ੋ ਕਰਨਾ। ਆਓ ਕਰੀਏ ਸੋਲੂਸ਼ਨ। 1 ਰੇਜ਼ ਟੂ ਪਾਵਰ 5 ਕੀ ਹੁੰਦਾ? 1 ਹੀ ਹੁੰਦਾ। ਜਦੋਂ ਅਸੀਂ 4 ਦੇ ਨਾਲ ਡਿਵਾਈਡ ਕਰਾਂਗੇ ਤਾਂ 1 ਰੇਜ਼ ਟੂ ਪਾਵਰ 5 ਕੀ ਆ ਜਾਣਾ? 1 ਦੇ ਕੋਂਗਰੂਐਂਟ ਆ ਜਾਣਾ। ਇੱਦਾਂ ਅਸੀਂ ਜਦੋਂ 2 ਰੇਜ਼ ਟੂ ਪਾਵਰ 5 ਨੂੰ ਸੋਲਵ ਕਰੋਗੇ ਉਹ ਹੁੰਦੇ 32 ਮੋਡੂਲੋ 4। 2 ਰੇਜ਼ ਟੂ ਪਾਵਰ 5 ਨੂੰ ਸੋਲਵ ਕਰਦੇ ਹਾਂ 32 ਆਉਂਦਾ। 32 ਨੂੰ 4 ਦੇ ਨਾਲ ਡਿਵਾਈਡ ਕਰੋਗੇ ਤਾਂ ਰਿਮਾਈਂਡਰ ਕਿੰਨਾ ਆਉਣਾ? ਰਿਮਾਈਂਡਰ ਤੁਸੀਂ ਕਹੋਗੇ ਸਰ 0 ਆਉਣਾ। ਰਿਮਾਈਂਡਰ ਆਉਣਾ 0। ਤੁਸੀਂ ਡਿਵਾਈਡ ਕਰਕੇ ਦੇਖ ਸਕਦੇ ਆ। 32 ਨੂੰ ਡਿਵਾਈਡ ਕਰੋ ਤਾਂ ਰਿਮਾਈਂਡਰ ਆ ਗਿਆ 0। ਇੱਦਾਂ ਤੁਸੀਂ 3 ਰੇਜ਼ ਟੂ ਪਾਵਰ 5 ਦੇਖੋ। 3 ਰੇਜ਼ ਟੂ ਪਾਵਰ 5 ਜਦੋਂ ਦੇਖੋਗੇ ਤੁਸੀਂ ਕਹੋਗੇ ਸਰ ਇੰਨੀ ਮਲਟੀਪਲਾਈ ਕਰੀਏ? ਮੈਂ ਕਹੂੰਗਾ ਬਿਲਕੁਲ ਨਹੀਂ, ਅਸੀਂ ਥੋੜ੍ਹਾ ਸਿੰਪਲ ਕਰ ਦਿੰਦੇ ਹਾਂ। ਅਸੀਂ ਕੀ ਕਰਾਂਗੇ 3 ਚੋਂ 4 ਮਾਈਨਸ ਕਰ ਦਿੰਦੇ ਹਾਂ। ਮੈਂ ਕਿਹਾ ਸੀ ਨਾ ਜਿਹਦੇ ਨਾਲ ਡਿਵਾਈਡ ਕਰਨਾ, ਜੇ 4 ਨਾਲ ਡਿਵਾਈਡ ਕਰਦੇ ਪਏ 4 ਮਾਈਨਸ ਕੀਤਾ ਜਾ ਸਕਦਾ। ਕਿੰਨਾ ਆ ਜਾਣਾ? -1 -1 ਰੇਜ਼ ਟੂ ਪਾਵਰ 5 ਕੀ ਹੁੰਦਾ? -1। ਇੱਥੇ ਆ ਗਿਆ ਮੇਰੇ ਕੋਲ -1, ਇੱਥੇ ਆ ਗਿਆ ਮੇਰੇ ਕੋਲ -1। ਇਹਦੇ ਮੈਂ ਲਊਂਗਾ 4 ਰੇਜ਼ ਟੂ ਪਾਵਰ 5। ਪੋਜ਼ੀਟਿਵ ਕਰਨ ਦੀ ਜ਼ਰੂਰਤ ਨਹੀਂ। 4 ਰੇਜ਼ ਟੂ ਪਾਵਰ 5 ਕੀ ਆਉਣਾ? ਉਹ ਤਾਂ ਡਾਇਰੈਕਟ ਹੀ ਆ। 4 ਰੇਜ਼ ਟੂ ਪਾਵਰ 5 ਕਰਾਂਗੇ ਉਹ ਤਾਂ 0 ਹੀ ਆਉਣਾ। ਬਿਕੋਜ਼ ਜਦੋਂ 4 ਨੂੰ ਅਸੀਂ 4 ਨਾਲ ਡਿਵਾਈਡ ਕਰਦੇ ਹਾਂ ਤਾਂ ਰਿਮਾਈਂਡਰ ਕੀ ਆਉਂਦਾ? 0 ਆਉਂਦਾ। ਉਸ ਕੇਸ ਵਿੱਚ ਉਹ ਤਾਂ ਫਿਰ ਸਾਨੂੰ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ। 4 ਰੇਜ਼ ਟੂ ਪਾਵਰ 1 ਲੈ ਲਓ, 2 ਲੈ ਲਓ, 3 ਲੈ ਲਓ, ਆਲਵੇਜ਼ ਕੋਂਗਰੂਐਂਟ ਟੂ 0। ਇੱਦਾਂ ਹੀ ਫਰਦਰ 5 ਰੇਜ਼ ਟੂ ਪਾਵਰ 5 ਦੇਖੀਏ। 5 ਰੇਜ਼ ਟੂ ਪਾਵਰ 5 ਦੇਖੀ ਕਿਹਦੇ ਕੋਂਗਰੂਐਂਟ ਆਉਣਾ? 4 ਮਾਈਨਸ ਕਰੋ। 5 - 4 ਜਦੋਂ ਮਰਜ਼ੀ ਐਡ ਕੀਤਾ ਜਾ ਸਕਦਾ, ਮਾਈਨਸ ਕੀਤਾ ਜਾ ਸਕਦਾ ਮੋਡੂਲੋ 4। ਤਾਂ ਕੀ ਮਿਲਣਾ? ਉਹ ਸਾਨੂੰ ਮਿਲਣਾ 1 ਰੇਜ਼ ਟੂ ਪਾਵਰ 5 1 ਮੋਡੂਲੋ 4। 5 ਰੇਜ਼ ਟੂ ਪਾਵਰ 5 ਰੇਜ਼ ਟੂ ਪਾਵਰ 5 ਕੋਂਗਰੂਐਂਟ ਟੂ 1 ਮੋਡੂਲੋ 4। ਹੁਣ ਅਸੀਂ ਦੇਖਾਂਗੇ 6 ਰੇਜ਼ ਟੂ ਪਾਵਰ 6 ਰੇਜ਼ ਟੂ ਪਾਵਰ 5 ਕੀ ਆਉਂਦਾ? 6 ਨੂੰ ਥੋੜ੍ਹਾ ਸਿੰਪਲੀਫਾਈ ਕਰੋ। 6 ਵਿੱਚੋਂ 4 ਮਾਈਨਸ ਕਰ ਦਿਓ, ਰੇਜ਼ ਟੂ ਪਾਵਰ 5 ਕਰੋ ਮੋਡੂਲੋ 4। ਜਿਹਦੇ ਨਾਲ ਡਿਵਾਈਡ ਕਰਨਾ ਉਹ ਮਾਈਨਸ ਕੀਤਾ ਜਾ ਸਕਦਾ। ਕੀ ਆ ਗਿਆ? 2 ਰੇਜ਼ ਟੂ ਪਾਵਰ 5 ਮੋਡੂਲੋ 4। 2 ਰੇਜ਼ ਟੂ ਪਾਵਰ 5 ਅਸੀਂ ਇੱਥੇ ਸੋਲਵ ਕੀਤਾ। ਕਿਹਦੇ ਕੋਂਗਰੂਐਂਟ ਆ? 0 ਦੇ। 0 ਮੋਡੂਲੋ 4। ਇਸ ਇਕੁਏਸ਼ਨ 'ਚ ਅਸੀਂ ਸ਼ੋ ਕਰ ਰਹੇ ਹਾਂ 2 ਰੇਜ਼ ਟੂ ਪਾਵਰ 5 ਕੋਂਗਰੂਐਂਟ ਟੂ 0। ਦੈਨ 7 ਰੇਜ਼ ਟੂ ਪਾਵਰ 5 ਚੈੱਕ ਕਰੀਏ। 7 ਚੋਂ 4 ਮਾਈਨਸ ਕਰੋ। 7 - 4 ਰੇਜ਼ ਟੂ ਪਾਵਰ 5 ਮੋਡੂਲੋ 4। ਤਾਂ ਕੀ ਆਉਣਾ? 3 ਰੇਜ਼ ਟੂ ਪਾਵਰ 5 ਮੋਡੂਲੋ 4। ਹੁਣ 3 ਰੇਜ਼ ਟੂ ਪਾਵਰ 5 ਵੀ ਅਸੀਂ ਸੋਲਵ ਕਰ ਚੁੱਕੇ ਹਾਂ। ਉਹ ਕੋਂਗਰੂਐਂਟ ਆ -1 ਮੋਡੂਲੋ 4 ਦੇ। ਇਹ ਅਸੀਂ ਆਲਰੇਡੀ ਕਰ ਚੁੱਕੇ ਹਾਂ ਇਸ ਸਟੈਪ ਵਿੱਚ। ਦੈਨ 8 ਰੇਜ਼ ਟੂ ਪਾਵਰ 5 ਚੈੱਕ ਕਰੋ। 8 ਰੇਜ਼ ਟੂ ਪਾਵਰ 8 ਆਲਵੇਜ਼ ਕੋਂਗਰੂਐਂਟ ਟੂ 0 ਮੋਡੂਲੋ 4। 8 ਨੂੰ ਤਾਂ ਜਦੋਂ ਅਸੀਂ
डिवाइड करना 4 ਦੇ ਨਾਲ ਉਹ ਤਾਂ 0 ਹੀ ਆਣਾ, ਉਹ ਕੀ ਆਣਾ 0। ਦੈਨ 9 ਰੇਜ਼ ਟੂ ਪਾਵਰ 5 ਕਰੋ, ਉਹ ਆਣਾ 1, ਉਹ ਕੀ ਆਣਾ 1, ਬਿਕੋਜ਼ 9 ਡਿਵਾਈਡਡ ਬਾਏ 4 gives the remainder 1, so 1 raised to power 4, 9 is always congruent to 1, 9 gives remainder 1 when divided by 4, so congruent to 1 modulo 4। 10 raised to power देखो 10 raised to power 5 देखो की आंदा, बिल्कुल इदां ही 10 रेज़ टू पावर 5 की आना, पहले 10 ਨੂੰ 4 ਨਾਲ ਡਿਵਾਈਡ ਕਰੋ, 10 ਨੂੰ 4 ਦੇ ਨਾਲ ਡਿਵਾਈਡ ਕਰੋ, ਰਿਮਾਈਂਡਰ ਆ ਗਿਆ 2, ਸੋ ਕੰਗਰੂਐਂਟ ਟੂ 2 ਰੇਜ਼ ਟੂ ਪਾਵਰ 5 ਮੋਡੂਲੋ 4 ਐਂਡ 2 ਰੇਜ਼ ਟੂ ਪਾਵਰ 5 ਅਗੇਨ ਕੰਗਰੂਐਂਟ ਟੂ 0, ਅਗੇਨ ਕੰਗਰੂਐਂਟ ਟੂ 0 ਮੋਡੂਲੋ 4 ਐਂਡ ਸੋ ਔਨ। ਥੋੜ੍ਹਾ ਹੋਰ ਦੇਖ ਸਕਦੇ ਹਾਂ, 11 ਰੇਜ਼ ਟੂ ਪਾਵਰ 5 ਤੁਹਾਡੇ ਕੋਲ ਆ ਜਾਏਗਾ 1 modulo 4 and 12 raised to power 5 आ जाएगा congruent again 0 and so on। इदां असीं 100 तक करना। हुण इन्हां सारिਆਂ ਨੂੰ ਜੇ ਅਸੀਂ ਐਡ ਕਰੀਏ ਤਾਂ ਅਸੀਂ ਇਹ ਦੇਖਣਾ ਕਿ 1 ਕਿੰਨੀ ਟਾਈਮਸ ਆ ਰਿਹਾ, 0 ਕਿੰਨੇ ਟਾਈਮਸ ਆ ਰਿਹਾ, ਤਾਂ ਉਸ ਤੋਂ ਬਾਅਦ -1 ਕਿੰਨੀ ਵਾਰੀ ਆ ਰਿਹਾ। बड़े ध्यान नाल समझिए, पहले 1 आया फिर 0 आया, पहले 1 आया फिर 0 आया, फिर -1 आया फिर 0 आया, फिर -1 आया। असल च ये इदां आ रहा, ये मैं सारे नूं ऐड करूँगा, आ इदां रहा, पहले आया 1 फिर 0 फिर -1 फिर 0 फिर 1 फिर 0, इस तरीके आ रहा, फिर -1 एंड सो ऑन। मतलब कि 1 ਦੇ ਨਾਲ 0 ਫਿਰ -1 0, ਕਹਿਣ ਦਾ ਮੀਨਿੰਗ ਇਹ ਆ ਕਿ 0 ਜ਼ਿਆਦਾ ਵਾਰ ਆ ਰਹੀ ਆ, 50% ਤਾਂ 0 ਹੀ ਆ ਰਹੀ ਆ, 50% ਤਾਂ 0 ਹੀ ਆ ਰਹੀ ਆ, 0 ਤਾਂ ਹਰ ਇੱਕ ਪੇਅਰ 'ਚ ਹੈ ਹੀ ਆ। ਤਾਂ ਇਹਨਾਂ ਸਾਰਿਆਂ ਨੂੰ ਮੈਂ ਹੁਣ ਐਡ ਕਰੂੰਗਾ, ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਐਡ ਕੀਤਾ ਤਾਂ ਕੀ ਮਿਲਣਾ, ਐਡਿੰਗ ऑल ਮੋਡੂਲਸ ऐड करोगे तो की आना, ऐड करोगे 1 रेज़ टू पावर 5, 2 रेज़ टू पावर 5, 3 रेज़ टू पावर 5 एंड सो ऑन 100 रेज़ टू पावर 5। किहदे कंगरूएंट आना, पहले आया सी 1, दैन आया सी 0, दैन -1, दैन 0, दैन 1, दैन अगेन 0 -1 दैन 0 -1, इसी तरीके अगे आना +1 0 एंड सो ऑन। तुसी की देखोगे वैन एंड सो ऑन वैन डिवाइडेड बाय 4 ਦੇ ਨਾਲ ਕੀ ਕਰਦੇ ਪਏ ਆ डिवाइड। तुसी ये देखोगे 1 कितने टाइम्स आया, 1 आया 25 टाइम्स आना, 100 जो असी 100 टाइम्स करांगे ना, 1 आना 25 टाइम्स, 0 आना 50 टाइम्स टोटल एंड 1 भी आना 25 टाइम्स मॉडुलो 4। 50% जोड़े आ वो जीरोज़ आ रही एंड 25% 1 आ रहे हैं, 25% ही -1 आ रहे हैं। तो ये आ गया मेरे कोल 25 + 0 - 25 modulo 4, so which gives 0 remainder। when remainder 0 then 4 divides, 4 की करेगा पूरा डिवाइड करेगा 1 रेज़ टू पावर 5, 2 रेज़ टू पावर 5, 3 रेज़ टू पावर 5 एंड 100 रेज़ टू पावर 5। यही असी शो करना सी कि इस टर्म नूं 4 पूरा डिवाइड करेगा क्योंकि रिमाइंडर आ गया 0। हुण असी करांगे नैक्सट क्वेश्चन, हुण असी करांगे नैक्सट क्वेश्चन। वो आ जी 29th का फस्ट पार्ट, 29th का फस्ट पार्ट करांगे।
29th ਦਾ फस्ट पार्ट फाइंड द लास्ट टू डिजिट फाइंड द लास्ट टू डिजिट्स ऑफ 2⁻1000। कहने का मीनिंग ये कि जदों असी ये सॉल्व करिए 2⁻1000 करिए जो भी इसका आंसर आऊगा ਉਹਦੇ ਵਿੱਚ ਲਾਸਟ 2 ਡਿਜਿਟ ਕਿਹੜੇ ਹੋਣਗੇ ਉਹ ਅਸੀਂ ਦੱਸਣਾ ਇਸ ਕੁਐਸਚਨ ਦੇ ਵਿੱਚ। ਤੇ ਮੈਂ ਕਿਸ ਤਰੀਕੇ ਦੱਸੂਗਾ ਉਹ ਹੁਣ ਤੁਸੀਂ ਸਮਝਣਾ। ਜਦੋਂ ਵੀ ਲਾਸਟ 2 ਡਿਜਿਟ ਫਾਈਂਡ ਕਰਨੇ ਹੋਣ 100 ਦੇ ਨਾਲ ਡਿਵਾਈਡ ਕਰੀਦਾ, ਜੇ ਲਾਸਟ ਡਿਜਿਟ ਫਾਈਂਡ ਕਰਨਾ ਤਾਂ 10 ਦੇ ਨਾਲ ਡਿਵਾਈਡ ਕਰੀਦਾ, ਤੇ ਜੋ ਰਿਮਾਈਂਡਰ ਆ ਜਾਵੇ ਉਹ ਸਾਡਾ ਆਨਸਰ ਆ। ਫਾਰ ਐਗਜ਼ਾਮਪਲ ਇਹ ਮੈਂ ਇੱਥੇ ਲਿਖ ਦਿੰਦਾ 1259। ਕੋਈ ਤੁਹਾਨੂੰ ਦੱਸੋ, ਕੋਈ ਤੁਹਾਨੂੰ ਕਵੇ ਦੱਸੋ ਲਾਸਟ ਡਿਜਿਟ ਫਾਈਂਡ ਕਰੋ, ਲਾਸਟ ਡਿਜਿਟ ਫਾਈਂਡ ਲਾਸਟ ਡਿਜਿਟ ਮੈਥਮੈਟੀਕਲੀ ਲਾਸਟ ਡਿਜਿਟ ਫਾਈਂਡ ਕਰੋ। ਫਿਰ ਤੁਸੀਂ ਕੀ ਕਰਨਾ, ਡਿਵਾਈਡ ਕਰਨਾ 10 ਦੇ ਨਾਲ। ਤੁਸੀਂ ਜਦੋਂ 10 ਦੇ ਨਾਲ ਡਿਵਾਈਡ ਕਰੋਗੇ ਇਹਨੂੰ, ਜੋ 10 ਦੇ ਨਾਲ ਡਿਵਾਈਡ ਕਰੋਗੇ ਤੁਹਾਡੇ ਕੋਲ ਰਿਮਾਈਂਡਰ, ਜਿਹੜਾ ਰਿਮਾਈਂਡਰ ਆ ਉਹ ਤੁਹਾਡੇ ਕੋਲ ਆਉਣਾ 9। ठीक है, ਤੁਹਾਡੇ ਕੋਲ 125 ਤੇ ਗਿਆ ਤਾਂ ਤੁਹਾਡੇ ਕੋਲ ਇੱਥੇ ਰਿਮਾਈਂਡਰ ਆ ਗਿਆ 9। ਇਹ ਆ ਗਿਆ ਲਾਸਟ ਡਿਜਿਟ। ਕੀ ਕੀਤਾ ਅਸੀਂ 10 ਦੇ ਨਾਲ ਡਿਵਾਈਡ ਕੀਤਾ ਤਾਂ ਲਾਸਟ ਡਿਜਿਟ ਆ ਗਿਆ 9। ਇੱਦਾਂ ਜੇ ਤੁਸੀਂ ਲਾਸਟ 2 ਡਿਜਿਟ ਫਾਈਂਡ ਕਰਨੇ ਆ ਤਾਂ ਤੁਸੀਂ ਕੀ ਕਰੋਗੇ 100 ਦੇ ਨਾਲ ਡਿਵਾਈਡ ਕਰੋਗੇ। ਇਸ ਕਰਕੇ ਅਸੀਂ ਇਸ ਕੁਐਸਚਨ ਨੂੰ 100 ਦੇ ਨਾਲ ਡਿਵਾਈਡ ਕਰਾਂਗੇ। ਕੀ ਕਰਾਂਗੇ 100 ਦੇ ਨਾਲ ਡਿਵਾਈਡ ਕਰਾਂਗੇ। 100 ਦੇ ਨਾਲ ਜੇ ਡਿਵਾਈਡ ਕਰਨਾ 2⁻10 ਅਲੱਗ ਕਰ ਲਓ ਤੇ 100 ਅਲੱਗ ਕਰ ਲਓ, ਹੋ ਗਿਆ ਪੂਰਾ 1000। ਹੁਣ 2⁻10 ਕਿੰਨੀ ਹੁੰਦੀ ਆ ਤੁਸੀਂ ਸੋਲਵ ਕਰਕੇ ਦੇਖੋ। ਉਹ ਹੁੰਦੀ ਆ 1024। 2⁻10 ਹੁੰਦੀ 1024 raised to power 100 and modulo 100। then ਹੁਣ ਤੁਸੀਂ 1024 ਨੂੰ ਜਦੋਂ 100 ਦੇ ਨਾਲ ਡਿਵਾਈਡ ਕਰੋਗੇ ਜੋ ਗੈਟ ਰਿਮਾਈਂਡਰ 24 ਓਨਲੀ। ਤੁਸੀਂ 1024 ਨੂੰ 100 ਦੇ ਨਾਲ ਡਿਵਾਈਡ ਕਰੋ ਤੇ ਰਿਮਾਈਂਡਰ ਕਿੰਨਾ ਆਉਣਾ 24, ਕਿਉਂਕਿ ਅਸੀਂ ਇੱਥੇ ਕੀ ਲਿਖਣਾ ਹੁੰਦਾ ਰਿਮਾਈਂਡਰ, ਇੱਥੇ ਅਸੀਂ ਲਿਖਣਾ ਹੁੰਦਾ ਰਿਮਾਈਂਡਰ। ਇਹਦੇ 'ਚ ਵੀ ਅਸੀਂ ਹੁਣ ਇਹ ਦੇਖਣਾ ਕਿ ਪਾਵਰ ਕਿੰਨੀ ਕਰੀਏ ਤੇ 100 ਦੇ ਨਾਲ ਡਿਵਾਈਡ ਕਰੀਏ ਤੇ ਸਾਡੇ ਕੋਲ ਰਿਮਾਈਂਡਰ ਕਿੰਨਾ ਆਏਗਾ ਉਹ ਅਸੀਂ ਹੁਣ ਚੈੱਕ ਕਰਨਾ। ਤੁਸੀਂ ਕੀ ਕਰੋ 24⁻2 ਅਲੱਗ ਕਰ ਲਓ, 100 ਅਲੱਗ ਕਰ ਲਓ। ਇੱਦਾਂ ਦੇ ਕੁਐਸਚਨ ਅਸੀਂ ਬਹੁਤ ਕਰਾਏ ਆ ਜਦੋਂ ਅਸੀਂ ਇਹ ਚੈਪਟਰ ਸਟਾਰਟ ਕੀਤਾ ਸੀ ਆਪਣੇ ਪਹਿਲੇ ਲੈਕਚਰ ਦੇ ਵਿੱਚ। ਹੁਣ 24 ਨੂੰ 24 ਦੇ ਨਾਲ ਮਲਟੀਪਲਾਈ ਕਰਿਓ ਤੇ 576 ਆਣਾ raised to power 100। ਇਹ ਆਣਾ 576। 576 ਨੂੰ 100 ਦੇ ਨਾਲ ਡਿਵਾਈਡ ਕਰੋ ਤਾਂ ਰਿਮਾਈਂਡਰ ਆਣਾ ਓਨਲੀ 76। ਇੱਥੇ ਆਣਾ ਸੀ 50, ਇੱਥੇ ਆਣਾ ਸੀ 50। ਸੋ 76 raised to power 50 ਮੋਡੂਲੋ 100। 76 raised to power 50 is always congruent to 76। ਇਹ ਤੁਸੀਂ ਰਿਜ਼ਲਟ ਯਾਦ ਰੱਖਣਾ 76 raised to power n always congruent to 76 when divided by 100। ਇਹ ਹੁਣ ਤੁਸੀਂ ਐਜ਼ ਏ ਰਿਜ਼ਲਟ ਹੀ ਯਾਦ ਰੱਖਣਾ, ਇਹਨੂੰ ਅਸੀਂ ਐਜ਼ ਏ ਰਿਜ਼ਲਟ ਹੀ ਯਾਦ ਰੱਖਣਾ 76 raised to power n always congruent to 76 when divided by 100। ਸੋ ਮੇਰਾ ਆਨਸਰ ਆ ਗਿਆ, ਇਹ ਮੇਰੇ ਲਾਸਟ 2 ਡਿਜਿਟ ਹੋਣਗੇ। ਸੋ ਲਾਸਟ 2 ਡਿਜਿਟਸ ਆਰ 7 and 6। ਇਹ ਮੇਰੇ ਲਾਸਟ 2 ਡਿਜਿਟ ਆ ਗਏ। ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ।
ये क्वेश्चन हुण असीं करन जा रहे हैं। फॉर n ग्रेटर दैन इक्वल टू 1 मीनस n बिलोंग्स टू नैचुरल नंबर। -13 रेज़ टू पावर n प्लस 1 कॉन्ग्रुएंट टू -13 रेज़ टू पावर n प्लस -13 रेज़ टू पावर n माइनस 1 वैन डिवाइडेड बाय 181। ये असीं शो करना, क्योंकि n नैचुरल नंबर नूं बिलोंग करता पिया, तो ये असीं शो करांगे बाय मैथेमैटिकल इंडक्शन। ये है जी क्वेश्चन नंबर, ये क्वेश्चन नंबर है साडी बुक ते 25th। ये क्वेश्चन नंबर आ 25th सोल्यूशन। सब तो पहला असी मैथेमैटिकल इंडक्शन के नाल सॉल्व करन जा रहे हैं। की करांगे, पुट n नूं 1 पुट करांगे। -13 रेज़ टू पावर 1 प्लस 1 कॉन्ग्रुएंट टू -13 रेज़ टू पावर 1 प्लस -13 रेज़ टू पावर 0 मोडुलो 181। ये आ गया -13 स्क्वेयर कॉन्ग्रुएंट टू -13 प्लस 1 वैन डिवाइडेड बाय 181। 169 माइनस स्क्वेयर प्लस 13 स्क्वेयर 169। ये हो गए माइनस दे 12, -12 इधर आके +12 हो जाएंगे कॉन्ग्रुएंट टू 0 मोडुलो 181। सो ये ऐड करते 181 कॉन्ग्रुएंट टू 0 मोडुलो 181 बिल्कुल ठीक है। 181 इज़ ऑलवेज कॉन्ग्रुएंट टू 0 वैन डिवाइडेड बाय 81, ਜਾਂ कह लो 181 gives the remainder 0 when divided by 181। so which is true, so which is true, which is true। so result is true for, result is true for n is equal to 1। n इज़ इक्वल टू 1 ਦੇ ਲਈ ਇਹ ਵਾਲਾ ਰਿਜ਼ਲਟ ਟਰੂ ਆ। ਹੁਣ ਅਸੀਂ ਸਪੋਜ਼ ਕਰਾਂਗੇ ਕਿ n ਇਜ਼ ਇਕੁਅਲ ਟੂ k ਦੇ ਲਈ ਰਿਜ਼ਲਟ ਸਪੋਜ਼ ਕਰਾਂਗੇ k + 1 ਵਾਸਤੇ ਅਸੀਂ ਰਿਜ਼ਲਟ ਸ਼ੋ ਕਰਨਾ। ਠੀਕ ਹੈ ਜੀ। ਹੁਣ ਅਸੀਂ ਕੀ ਕਰਾਂਗੇ, ਸਪੋਜ਼ ਕਰਾਂਗੇ ਕਿ k ਵਾਸਤੇ ਰਿਜ਼ਲਟ ਟਰੂ ਆ। ਲੈਟ ਰਿਜ਼ਲਟ ਇਜ਼ ਟਰੂ ਫਾਰ n ਇਜ਼ ਇਕੁਅਲ ਟੂ k। सो -13 k + 1 कॉन्ग्रुएंट टू -13 रेज़ टू पावर k प्लस -13 k - 1 मोडुलो 181। इनू असी नंबर दे देंगे स्टार। इस की दे लिए रिजल्ट ट्रू आ। टू शो रिजल्ट फॉर n इज़ इक्वल टू k + 1। k + 1 लैफ्ट साइड ते भर के देखो। नाओ जिथे n आ k + 1 भर के देखो, लैफ्ट साइड लो k + n लिखना k + 1 वो की हो जाना k + 2। सो विच इज़ -13 रेज़ टू पावर, चाहे इक्वल लिख लो, k + 1 इंटू -13 रेज़ टू पावर 1। इस तरीके लिखा जा सकता। ये हुण फरदर चाहे मॉडलो 181 लिख लो, कोई फर्क नहीं पैंदा। ਇਹਦੀ वैल्यू पुट की जा सकती है, क्योंकि ये वाला रिजल्ट ट्रू आ। ये फरदर ये कॉन्ग्रुएंट आ। ये वैल्यू पुट कर दो, -13 k प्लस -13 k - 1। ये असी वैल्यू पुट करती। ये बार बार असी मल्टीप्लाई करांगे -13 रेज़ टू पावर 1। ये वैल्यू पुट की ये वाली इंटू ए एज इट इज़ मोडुलो 181। इनू अंदर मल्टीप्लाई करो, मल्टीप्लाई करोगे बेस सेम पावर्स ऐड होणगियां। ये आ गया k + 1 प्लस -13 k बेस सेम पावर ऐड मोडुलो 181। तो बड़े ध्यान दे नाल देखो, जिथे n सी उत्थे k + 1 भर के देखो, ये k + 2 हो गया, इत्थे k + 1 आ गया, इत्थे हो गया k। सो रिजल्ट इज़ ट्रू फॉर n इज़ इक्वल टू k + 1
So by mathematical induction, by mathematical induction, result is true for all n belongs to n। यही मैं इस रिजल्ट च शो करना सी। इस तो बाद नैक्सट क्वेश्चन हुण असीं करन दी कोशिश करते हैं। आलमोस्ट मैं सारे क्वेश्चन करवाई दिते आ। सो हुण बाकी दे क्वेश्चन असीं करांगे अपनी अगले लैक्चर दे विच। लैक्चर नंबर 11th होएगा, जिहदे विच मैं बी एक्सरसाइज स्टार्ट करूँगा। जे बी एक्सरसाइज असीं अगले लैक्चर च करनी होई तां फिर असीं 6 चैप्टर स्टार्ट करांगे। ओके जी, थैंक यू।